ਨਾਮਾ ਕਹਿ ਤਰਲੋਚਨਾ ਮੁਖ ਤੇ ਰਾਮ ਸੰਭਾਲ। ਹਾਥ ਪਾਮ ਕਰ ਕਾਮ ਸਭ ਚਿਤ ਨਿਰੰਜਨ ਨਾਲ। ਉਹ ਸਮੇਂ ਹੱਥਾਂ ਪੈਰਾਂ ਦੇ ਨਾਲ ਇਹ ਕੰਮ ਕਰਦੇ ਸਨ ਜਿਨ੍ਹਾਂ ਨੇ ਇਹ ਕਿਹਾ ਹੈ। ਨਾਮਦੇਵ ਜੀ, ਤਰਲੋਚਨ ਜੀ, ਰਵਿਦਾਸ ਜੀ ਜਾਂ ਕਬੀਰ ਸਾਹਿਬ, ਇਹਨਾਂ ਦਾ ਸਰੀਰਕ ਕੰਮ ਸੀ। ਬਹੁਤੀ ਦਿਮਾਗ ਦੀ ਲੋੜ ਨਹੀਂ ਸੀ, ਸੋਚਣ ਦੀ ਲੋੜ ਨਹੀਂ ਸੀ। ਹਾਂ, ਕਦੇ ਕਦੇ ਪੈਂਦੀ ਸੀ, ਉਦੋਂ ਧਿਆਨ ਟੁੱਟਦਾ ਸੀ। ਉਹ ਕਬੀਰ ਜੀ ਨੇ ਜ਼ਿਕਰ ਵੀ ਕੀਤਾ ਹੈ। ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਕਹਿੰਦੇ ਜਦੋਂ ਅਸੀਂ ਧਾਗੇ ਨੂੰ ਵਾਹੁੰਦੇ ਹਾਂ ਨਾ ਵਿੱਚ ਦੀ ਧਾਗਿਆਂ ਦੇ, ਉਦੋਂ ਵਿਸਰਦਾ ਹੈ ਸਨੇਹੀ ਰਾਮ। ਕਿਉਂਕਿ ਧਿਆਨ ਉਸ ਧਾਗੇ ਵੱਲ ਚਲੇ ਜਾਂਦਾ ਹੈ ਵੀ ਧਾਗਿਆਂ ਦੇ ਵਿੱਚ ਦੀ ਧਾਗਾ ਕਿਵੇਂ ਵਾਹੁਣਾ ਹੈ। ਜਿਨ੍ਹਾਂ ਨੇ ਦੇਖਿਆ ਹੋਵੇਗਾ ਨਾ ਦਰੀਆਂ ਬੁਣਦੇ, ਚਾਦਰਾਂ ਬੁਣਦੇ ਖੱਡੀਆਂ ਦੇ ਉੱਪਰ, ਤਾਂ ਉਹਨਾਂ ਨੂੰ ਪਤਾ ਹੋਵੇਗਾ ਵੀ ਧਾਗਿਆਂ ਦੇ ਵਿੱਚ ਦੀ ਧਾਗਾ ਫਿਰ ਗਿਣਤੀਆਂ ਕਰ ਕਰਕੇ ਕੱਢਣਾ। ਤੇ ਉਦੋਂ ਵਿਸਰਦਾ ਹੈ, ਉਦੋਂ ਟੁੱਟਦਾ ਹੈ ਧਿਆਨ। ਧਿਆਨ ਇੱਕੋ ਪੱਖ ਵੱਲ ਹੋ ਸਕਦਾ ਹੈ। ਹਾਂ, ਅਗਰ ਕਬੀਰ ਜੀ ਵੀ ਰਾਮ ਰਾਮ ਜਪਦੇ ਹੁੰਦੇ ਤੇ ਫਿਰ ਤੇ ਨਹੀਂ ਟੁੱਟਣਾ, ਫਿਰ ਤੇ ਰਾਮ ਰਾਮ ਵੀ ਚੱਲੇ ਜਾਣਾ ਹੈ, ਧਾਗਾ ਵੀ ਵਾਹ ਦੇਣਾ ਹੈ, ਜਿਵੇਂ ਧਾਰਮਿਕ ਲੋਕ ਕਰ ਰਹੇ ਹਨ। ਵਾਹਿਗੁਰੂ ਵਾਹਿਗੁਰੂ ਵੀ ਕਰਦੇ ਰਹਿੰਦੇ ਹਨ ਤੇ ਨਾਲ ਇਹੋ ਜਿਹੇ ਕੰਮ ਵੀ ਕਰ ਰਹੇ ਹਨ ਜਿਨ੍ਹਾਂ ਦੇ ਵਿੱਚ ਧਿਆਨ ਲੱਗ ਰਿਹਾ ਹੈ, ਵਿਚਾਰ ਵੀ ਕਰ ਰਹੇ ਹਨ। ਤੇ ਜੇ ਧਿਆਨ ਹੀ ਤੁਹਾਡਾ ਬਾਹਰ ਜੁੜ ਰਿਹਾ ਹੈ ਕਿਤੇ ਹੋਰ, ਤੋ ਜੋ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਉਹ ਤੇ ਜ਼ਬਾਨ ਦੁਆਰਾ ਹੀ ਹੋ ਰਿਹਾ। ਪਰ ਕਬੀਰ ਜੀ ਜ਼ਬਾਨ ਦੁਆਰਾ ਨਹੀਂ ਸੀ ਕਰ ਰਹੇ, ਉਹਨਾਂ ਦਾ ਧਿਆਨ ਅੰਦਰ ਜੁੜਿਆ ਹੋਇਆ ਸੀ, ਅੰਤਰਮੁਖ ਸਨ। ਤੇ ਜਦੋਂ ਧਾਗਾ ਉਹਨਾਂ ਨੂੰ ਵਾਹੁਣਾ ਪੈਂਦਾ ਹੈ ਵਿੱਚ ਦੀ, ਉਦੋਂ ਧਿਆਨ ਉੱਥੇ ਬਾਹਰ ਮੁਖ ਹੋ ਜਾਂਦਾ, ਬਾਹਰ ਲੱਗ ਜਾਂਦਾ ਹੈ, ਅੰਦਰੋਂ ਟੁੱਟ ਜਾਂਦਾ ਹੈ, ਬਾਹਰ ਚਲੇ ਜਾਂਦਾ ਧਿਆਨ। ਧਿਆਨ ਸੰਸਾਰ ਵਿੱਚ ਕਿਤੇ ਵੀ ਲੱਗੇ ਤੁਹਾਡਾ, ਤੁਸੀਂ ਅੰਦਰੋਂ ਤੇ ਟੁੱਟ ਹੀ ਜਾਵੋਗੇ ਨਾ। ਧਿਆਨ ਅੰਦਰ ਲਾਉਣਾ ਹੈ। ਹੁਣ ਜਿਹੜੇ ਸ਼ਬਦ ਦੇ ਵਿੱਚ ਸੁਰਤ ਜੋੜਦੇ ਹਨ ਜਾਂ ਧੁਨਮੇਹ ਧਿਆਨ ਜੋੜਦੇ ਹਨ, ਹੁਣ ਜੇ ਬਾਹਰ ਧਿਆਨ ਲੱਗ ਰਿਹਾ ਹੈ, ਉਹਨਾਂ ਦਾ ਬਾਹਰ ਬਾਰੇ ਸੋਚ ਰਹੇ ਹਨ ਜਾਂ ਦੇਖ ਕੇ ਖਿਆਲ ਕਰ ਰਹੇ ਹਨ ਕੁਛ ਬਾਹਰ ਦਾ, ਤੇ ਬਾਹਰ ਹੀ ਚਲੇ ਗਏ ਨਾ, ਫਿਰ ਅੰਦਰ ਥੋੜ੍ਹੀ ਰਹਿ ਗਈ। ਬਾਹਰ ਕਿਤੇ ਵੀ ਧਿਆਨ ਲੱਗ ਜਾਵੇ ਤੇ ਅੰਦਰੋਂ ਤੇ ਟੁੱਟ ਹੀ ਗਏ ਨਾ ਤੁਸੀਂ। ਬਾਹਰ ਚਲੇ ਗਿਆ, ਕੁਛ ਵਿਚਾਰ ਲੱਗ ਪਏ ਤਾਂ ਬਾਹਰ ਚਲੇ ਗਿਆ, ਸੋਚਣ ਲੱਗ ਪਏ ਤਾਂ ਬਾਹਰ ਚਲੇ ਗਏ। ਤੇ ਜਿਨ੍ਹਾਂ ਦਾ ਧਿਆਨ ਟਿਕਿਆ ਹੁੰਦਾ ਹੈ ਅੰਦਰ, ਤੇ ਉਹਨਾਂ ਨੂੰ ਅੰਦਰੋਂ ਥੋੜ੍ਹਾ ਜਿਹਾ ਰਸ ਆਉਣ ਲੱਗ ਜਾਂਦਾ ਹੈ, ਸਕੂਨ ਮਿਲਦਾ ਹੈ, ਸ਼ਾਂਤੀ ਮਿਲਦੀ, ਅੰਦਰ ਬਹੁਤ ਜ਼ਿਆਦਾ ਤ੍ਰਿਪਤੀ ਮਿਲਦੀ, ਸੰਤੁਸ਼ਟੀ ਮਿਲਦੀ। ਤੇ ਉਹ ਫਿਰ ਜਦੋਂ ਬਾਹਰ ਧਿਆਨ ਲਾਉਂਦੇ ਹਨ, ਉਹਨਾਂ ਨੂੰ ਔਖਾ ਹੋ ਜਾਂਦਾ ਹੈ। ਜਿਵੇਂ ਇਹ ਜੋ ਗੁਰਮੁਖ ਪਿਆਰੇ ਦੀ ਆਪਾਂ ਗੱਲ ਕਰ ਰਹੇ ਸੀ ਕੱਲ੍ਹ ਪਰਸੋਂ,
ਉਹਦੇ ਨਾਲ ਹੋਇਆ। ਹੁਣ ਸ਼ਾਂਤੀ ਦੇ ਵਿੱਚ ਅੰਦਰੋਂ ਸਕੂਨ ਸੁੱਖ ਮਿਲਿਆ ਹੈ ਤੇ ਬਾਹਰ ਧਿਆਨ ਲਾਉਣ ਨਾਲ ਬੇਚੈਨੀ ਹੁੰਦੀ, ਪਰੇਸ਼ਾਨੀ ਹੁੰਦੀ। ਐਸਾ ਇਹਨਾਂ ਨੇ ਨਹੀਂ ਕਿਹਾ ਹੈ, ਬਹੁਤੇ ਸਾਧਕਾਂ ਨੇ ਇਹ ਗੱਲ ਮੈਨੂੰ ਕਹੀ ਹੈ ਜਿਹੜੇ ਅੰਤਰਮੁਖ ਹੋ ਰਹੇ ਹਨ ਥੋੜ੍ਹੇ ਥੋੜ੍ਹੇ, ਵੀ ਜਦੋਂ ਹੁਣ ਅਸੀਂ ਬਾਹਰ ਲਾਉਂਦੇ ਹਾਂ ਧਿਆਨ ਕਿਸੇ ਵੀ ਕੰਮ ਵੱਲ, ਵਿਚਾਰ ਕਰਦੇ ਹਾਂ, ਸੋਚਦੇ ਹਾਂ, ਜ਼ਿਆਦਾ ਕੰਮ ਵਿਚਾਰ ਸੋਚਣ ਦੇ ਹੀ ਹਨ, ਉਦੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ, ਤਕਲੀਫ ਹੁੰਦੀ, ਕਿਉਂਕਿ ਅੰਦਰ ਦਾ ਸੁੱਖ ਜਿਹੜਾ ਥੋੜ੍ਹਾ ਜਿਹਾ ਲੈ ਲਿਆ ਸ਼ਾਂਤੀ ਦਾ, ਤਾਂ ਉਹਦੇ ਮੁਕਾਬਲੇ ਬਾਹਰ ਦੀ ਵਿਚਾਰਧਾਰਾ ਜਿਹੜੀ ਹੈ ਉਹ ਅਸ਼ਾਂਤੀ ਪੈਦਾ ਕਰਦੀ ਹੈ। ਬਾਹਰ ਜਾਂਦਾ ਆਦਮੀ ਆਪਣੇ ਤੋਂ ਦੂਰ, ਆਪਣੇ ਨੇੜੇ ਆਣ ਕੇ ਸ਼ਾਂਤੀ ਮਿਲਦੀ, ਉੱਦਾਂ ਵੀ ਸੁੱਖ ਜਿਹੜਾ ਹੈ ਤੁਹਾਨੂੰ ਮਿਲਦਾ, ਜਿਹੜਾ ਤੁਸੀਂ ਕਹਿੰਦੇ ਹੋ ਆਮ ਦੁਨਿਆਵੀ ਲੋਕ ਕਹਿੰਦੇ ਹਨ, ਉਹ ਵੀ ਇਸੇ ਢੰਗ ਨਾਲ ਮਿਲਦਾ ਹੈ। ਜਦੋਂ ਤੁਸੀਂ ਕਿਸੇ ਨਾ ਕਿਸੇ ਕਾਰਨ ਕਰਕੇ ਸ਼ਾਂਤ ਹੋ ਜਾਂਦੇ ਹੋ, ਤੁਹਾਡਾ ਮਨ ਟਿਕ ਜਾਂਦਾ ਹੈ, ਤੁਸੀਂ ਕੋਲੇ ਆ ਜਾਂਦੇ ਆ। ਉਹ ਭਾਵੇਂ ਭੋਗ ਹੋਵੇ, ਭਾਵੇਂ ਸਵਾਦਿਸ਼ਟ ਭੋਜਨ ਹੋਵੇ, ਜਾਂ ਕੋਈ ਖਾਸ ਆਪਣਾ ਹੋਵੇ, ਉਹਦੇ ਕਰਕੇ ਤੁਸੀਂ ਕੋਲੇ ਆ ਗਏ, ਮਿਲ ਲਿਆ। ਕਿਸੇ ਕਾਰਨ ਵੀ ਹੋਵੇ, ਉਦੋਂ ਹੀ ਸੁੱਖ ਮਿਲਦਾ ਜਦੋਂ ਤੁਸੀਂ ਕੋਲੇ ਆਉਂਦੇ। ਇਸ ਕਰਕੇ ਜਿੱਥੋਂ ਤੁਹਾਨੂੰ ਸੁੱਖ ਮਿਲਦਾ ਹੈ ਉੱਥੇ ਤੁਸੀਂ ਵਾਰ-ਵਾਰ ਜਾਂਦੇ ਹੋ, ਕੰਮ ਵਾਰ-ਵਾਰ ਕਰਦੇ ਹੋ। ਪਰ ਜਿਨ੍ਹਾਂ ਨੂੰ ਇਹ ਅੰਦਰੋਂ ਸੁੱਖ ਮਿਲਣ ਲੱਗ ਪਿਆ ਸ਼ਾਂਤੀ ਦਾ, ਉਹ ਫਿਰ ਜਦੋਂ ਬਾਹਰ ਮੁੱਖ ਹੁੰਦੇ ਹਨ, ਵਿਚਾਰ ਕਰਦੇ ਹਨ ਕੁਛ ਕੰਮ ਧੰਦੇ ਦਾ, ਕੁਛ ਕਾਰੋਬਾਰ ਦਾ, ਤਾਂ ਉਹਦੇ ਵਿੱਚ ਮਨ ਲੱਗਦਾ ਨਹੀਂ ਹੈ, ਬੇਚੈਨੀ ਵੱਧਦੀ। ਪੁਰਾਣੇ ਸਮੇਂ 'ਚ ਵੀ ਐਸਾ ਹੁੰਦਾ ਸੀ, ਜਿਨ੍ਹਾਂ ਦੇ ਦਿਮਾਗੀ ਕੰਮ ਸਨ, ਉਹ ਫਿਰ ਛੱਡਾ ਕੇ ਗੁਰੂਆਂ ਕੋਲ ਚਲੇ ਜਾਂਦੇ ਸਨ, ਸੂਫੀ ਫਕੀਰਾਂ ਕੋਲ ਬਹੁਤ ਜਾਂਦੇ ਸਨ। ਉਹ ਫਿਰ ਉਹਨਾਂ ਨੂੰ ਸੇਵਾ ਦੇ ਵਿੱਚ ਲਾ ਦਿੰਦੇ ਵੀ ਕਰੋ ਸੇਵਾ। ਹੁਣ ਸੇਵਾ ਦੇ ਵਿੱਚ ਵਿਚਾਰਨ ਦੀ ਤਾਂ ਲੋੜ ਨਹੀਂ ਹੈ, ਵਿਚਾਰ ਤੇ ਉਹਨਾਂ ਨੂੰ ਗੁਰੂ ਨੂੰ ਸੌਂਪ ਦਿੱਤਾ, ਭਵਿੱਖ ਗੁਰੂ ਨੂੰ ਸੌਂਪ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ, ਹੁਕਮ ਮੰਨ ਲਿਆ, ਜੋ ਤੁਸੀਂ ਕਹੋਗੇ ਕਰੀ ਜਾਣਾ। ਸੋਚਣਾ ਵਿਚਾਰਨਾ ਹੈ ਨਹੀਂ, ਗੁਰੂ ਜਾਣੇ। ਸਾਡੀ ਜ਼ਿੰਦਗੀ ਗੁਰੂ ਦੇ ਹਵਾਲੇ, ਜੀਵਨ ਗੁਰੂ ਦੇ ਹਵਾਲੇ, ਇਹਨੂੰ ਕਹਿੰਦੇ ਹਨ ਸਿਰ ਦਿੱਤਾ। ਤੇ ਗੁਰੂ ਫਿਰ ਸੇਵਾ 'ਚ ਲਾ ਦਿੰਦਾ ਸੀ ਵੀ ਚਲੋ ਟੋਕਰੀ ਲੈ ਲਓ ਤੇ ਮਿੱਟੀ ਦੀਆਂ ਭਰ ਕੇ ਬਾਹਰ ਕੱਢੀ ਜਾਓ। ਇੱਕ ਸਾਧਨਾ ਸੀ, ਇਸੇ ਸਾਧਨਾ ਕਰਕੇ ਹੀ ਦੇਖੋ ਕਿੰਨੇ ਸਰੋਵਰ ਬਣ ਗਏ। ਤੇ ਬਹੁਤ ਸਹਿਜ ਸੀ ਇਹ ਸਾਧਨਾ, ਤੇ ਬਹੁਤਿਆਂ ਨੇ ਇਸੇ ਸਾਧਨਾ ਦੁਆਰਾ ਹੀ ਪਾਇਆ ਹੈ। ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਸੇਵਾ ਹੀ ਕੀਤੀ, ਸੇਵਾ ਕਰਦੇ ਮਿਟ ਗਏ ਗੁਰੂ ਦੇ ਕੋਲ। ਫਿਰ ਗੁਰੂ ਚਿਤਾਰਦਾ ਵੀ ਰਹਿੰਦਾ ਹੈ, ਸੁਚੇਤ ਵੀ ਰੱਖਦਾ, ਦੱਸਦਾ ਵੀ ਰਹਿੰਦਾ ਹੈ, ਜਿੱਥੋਂ ਭਟਕਦਾ ਹੈ ਉੱਥੋਂ ਦੱਸਦਾ ਵੀ ਹੈ, ਤੂੰ ਭਟਕ ਰਿਹਾ। ਉਹਨੂੰ ਪਤਾ ਹੈ ਵੀ ਆਦਮੀ ਕਿਵੇਂ ਭਟਕ ਸਕਦਾ। ਤੇ ਉਹਨਾਂ ਕੋਲ ਰਹਿ ਕੇ ਸਹਿਜ ਹੀ ਸੇਵਾ ਕਰਦੇ ਉਹਨਾਂ ਨੂੰ ਉਸ ਆਨੰਦ ਦੀ ਪ੍ਰਾਪਤੀ ਹੋ ਗਈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਹਨਾਂ ਨੇ ਕਿਹਾ ਹੈ ਨਾ, ਸਤਿਗੁਰੂ ਦੀ ਖੁਸ਼ੀ ਪਾ ਲਈ, ਪਿਆਰ ਪਾ ਲਿਆ, ਸਤਿਗੁਰੂ ਨੂੰ ਪਾ ਲਿਆ। ਤੇ ਉਹ ਸਮੇਂ ਸੇਵਾ ਦੇ ਵਿੱਚ ਗੁਰੂ
ਲਾ ਦਿੰਦੇ ਸਨ। ਤੇ ਸੇਵਾ ਦੇ ਵਿੱਚ ਸਰੀਰਕ ਮਿਹਨਤ ਤੇ ਸੀ, ਪਰ ਦਿਮਾਗੀ ਕੋਈ ਮਿਹਨਤ ਨਹੀਂ, ਕੁਛ ਸੋਚਣਾ ਨਹੀਂ, ਨਾਲੇ ਸੇਵਾ ਹੀ ਕਰਨੀ। ਸੋਚਣ ਦੀ ਤੇ ਲੋੜ ਹੈ ਹੀ ਨਹੀਂ ਬਿਲਕੁਲ। ਤੇ ਸਰੀਰਕ ਮਿਹਨਤ ਨੂੰ ਕਿਸੇ ਨੇ ਵੀ ਮਨਾ ਨਹੀਂ ਕੀਤਾ। ਖਾਣ ਜੋਗਾ ਤੇ ਕੁਝ ਕਰਨਾ ਹੀ ਪਊਗਾ, ਹਰ ਇੱਕ ਨੇ ਕੀਤਾ, ਭਾਵੇਂ ਉਹ ਭਿਕਸ਼ਾ ਹੀ ਮੰਗੀ ਹੋਵੇ, ਉਹ ਵੀ ਕਰਨਾ ਹੀ ਹੋਇਆ ਨਾ। ਪਰ ਸੋਚਿਆ ਨਹੀਂ, ਭਿਕਸ਼ਾ ਮੰਗਣ ਵਾਸਤੇ ਕੀ ਸੋਚਣਾ, ਜਿਹਦੇ ਘਰੋਂ ਮਿਲ ਗਈ ਖਾ ਲਿਆ ਚਲੇ ਗਏ। ਤੇ ਜਿਹਦੇ ਕੰਮ ਵਿੱਚ ਸੋਚ ਵਿਚਾਰ ਨਹੀਂ ਸੀ, ਉਹ ਕੰਮ ਸਤਿਗੁਰਾਂ ਨੇ ਕਰਾਏ ਹਨ, ਕਰਾਉਂਦੇ ਸਨ। ਹੌਲੀ ਹੌਲੀ ਜਿਹੜੇ ਸਾਧਕ ਰਜੋਗੁਣੀ ਸਨ, ਉਹਨਾਂ ਨੂੰ ਸੇਵਾ ਵਿੱਚ ਲਾ ਦਿੰਦੇ। ਸੇਵਾ ਕਰਦੇ 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 ਹੀ ਮਿਟ ਜਾਂਦੇ ਸਨ। ਪਰ ਅਜੋਕੇ ਸਮੇਂ ਦੇ ਵਿੱਚ ਜਿਹੜੇ ਸੇਵਾਦਾਰ ਵੀ ਹਨ, ਉਹ ਵੀ ਮਾਨਸਿਕ ਤਲ 'ਤੇ ਵਿਹਲੇ ਨਹੀਂ ਹਨ। ਤੁਸੀਂ ਧਾਰਮਿਕ ਸਥਾਨਾਂ 'ਤੇ ਦੇਖ ਲਓ, ਉਹਨਾਂ ਦਾ ਵੀ ਮਾਨਸਿਕ ਕੰਮ ਜ਼ਿਆਦਾ ਹੈ। ਵਿਚਾਰਧਾਰਾ 'ਤੇ ਬਹੁਤ ਵਧੀਆ ਵਧੀਆ ਕੰਮ ਕਰ ਰਹੇ ਹਨ, ਸੋਚ ਰਹੇ ਹਨ, ਬਿਲਡਿੰਗਾਂ ਬਣਾ ਰਹੇ। ਟੈਲੀਫੋਨ ਉਹਨਾਂ ਦੇ ਸਾਰਿਆਂ ਦੇ ਹੱਥਾਂ 'ਚ ਚੱਲ ਰਹੇ ਹਨ, ਅਸੀਂ ਦੇਖਿਆ। ਮਾਨਸਿਕ ਤਲ 'ਤੇ ਕੋਈ ਵੀ ਨਹੀਂ ਵਿਹਲਾ, ਨਾ ਹੀ ਕੋਈ ਦੱਸ ਰਿਹਾ ਹੈ। ਫਿਰ ਜਿੰਨਾ ਜ਼ਿਆਦਾ ਮਾਨਸਿਕ ਤਲ 'ਤੇ ਵਿਚਾਰਧਾਰਾ ਚੱਲੇਗੀ ਨਾ, ਉਨੀ ਆਦਤ ਵੀ ਬਣਦੀ ਹੈ ਮਨ ਦੀ ਚੱਲਣ ਦੀ। ਇਹ ਵੀ ਖਿਆਲ ਵਿੱਚ ਰੱਖਣਾ। ਕਈ ਸੋਚ ਲੈਂਦੇ ਹਨ ਵੀ ਚਲੋ ਹਾਲੇ ਬਹੁਤ ਜ਼ਿੰਮੇਵਾਰੀਆਂ ਹਨ, ਬੱਚੇ ਛੋਟੇ ਛੋਟੇ ਹਨ, ਵੀ ਜਦੋਂ ਬੜੇ ਹੋ ਗਏ ਜ਼ਿੰਮੇਵਾਰੀਆਂ ਇਹਨਾਂ ਨੂੰ ਸੌਂਪ ਕੇ ਤੇ ਫਿਰ ਸਾਧਨਾ ਕਰਾਂਗੇ। ਪਰ ਫਿਰ ਸਾਧਨਾ ਨਹੀਂ ਹੁੰਦੀ, ਕਿਉਂਕਿ ਮਨ ਦੀ ਆਦਤ ਬਣ ਜਾਂਦੀ ਹੈ ਚੱਲਣ ਦੀ, ਜਿਹੜੀ ਲਗਾਤਾਰ ਚੱਲ ਰਿਹਾ ਹੈ। ਉਹ ਪਹਿਲਾਂ ਰੋਕਿਆ ਨਹੀਂ ਰੁਕ ਰਿਹਾ ਹੈ, ਤੇ ਕਈ ਸਾਲ ਬਾਅਦ 40-50 ਸਾਲ ਬਾਅਦ ਰੁਕੇਗਾ ਕਿਵੇਂ? ਫਿਰ ਰੁਕਦਾ ਨਹੀਂ, ਰੋਕਣ ਦੀ क्षमता ਵੀ ਨਹੀਂ ਰਹਿ ਜਾਂਦੀ, ਤੇ ਜ਼ਿਆਦਾ ਚੱਲਦਾ ਹੈ। ਜਿਵੇਂ ਜਿਵੇਂ ਉਮਰ ਲੰਘਦੀ ਹੈ, ਸਮਾਂ ਬੀਤਦਾ ਹੈ, ਵਿਚਾਰਧਾਰਾ ਵੱਧਦੀ ਹੈ, ਓਨਾ ਹੀ ਟਿਕਦਾ ਘੱਟ ਹੈ ਮਨ। ਤੇ ਅਜੋਕੇ ਸਮੇਂ 'ਚ ਮਾਨਸਿਕ ਬੌਧਿਕ ਕੰਮ ਜ਼ਿਆਦਾ ਹਨ। ਤੇ ਜਿਹੜਾ ਵੀ ਕੋਈ ਇਸ ਮਾਰਗ 'ਤੇ ਚੱਲੇਗਾ, ਉਹਦੀ ਰੁਚੀ ਘਟੇਗੀ ਬਾਹਰ। ਜਿਹੜਾ ਵੀ ਉਹ ਕੋਈ ਕੰਮ ਕਰ ਰਿਹਾ ਹੈ, ਅਗਰ ਬੌਧਿਕ ਹੈ ਤਾਂ ਰੁਚੀ ਘਟੇਗੀ ਹੀ, ਸੁਭਾਵਿਕ ਹੀ। ਉਹਨੂੰ ਥੋੜ੍ਹਾ ਜਿਹਾ ਘੱਟ ਕਰਨਾ ਪਵੇਗਾ, ਸੋਚ ਵਿਚਾਰ ਘੱਟ ਕਰਨੀ ਪਵੇਗੀ। ਤੇ ਬਾਹਰ ਸੰਸਾਰਿਕ ਤਲ 'ਤੇ ਉਹਨੂੰ ਹੋ ਸਕਦਾ ਹੈ ਨੁਕਸਾਨ ਹੋਵੇ। ਫਿਰ ਸੰਸਾਰਿਕ ਲੋਕ ਵੀ ਆਦਰ ਸਤਿਕਾਰ ਘੱਟ ਕਰਨਗੇ, ਕਿਉਂਕਿ ਉਹਦਾ ਹੀ ਕਰਦੇ ਹਨ ਜਿਹੜਾ ਸੰਸਾਰ 'ਚ ਕਾਮਯਾਬ ਹੁੰਦਾ ਹੈ। ਰਿਸ਼ਤੇਦਾਰ ਵੀ ਉਹਦਾ ਹੀ ਸਤਿਕਾਰ ਕਰਦੇ ਹਨ, ਘਰ ਪਰਿਵਾਰ ਦੇ ਮੈਂਬਰ ਵੀ ਉਹਦਾ ਹੀ ਸਤਿਕਾਰ ਕਰਦੇ ਹਨ। ਜਿਹੜਾ ਧਨ ਜ਼ਿਆਦਾ ਕਮਾ ਕੇ ਲਿਆਉਂਦਾ ਹੈ, ਜ਼ਿਆਦਾ ਕਾਮਯਾਬ ਹੁੰਦਾ ਹੈ ਸੰਸਾਰ ਦੇ ਵਿੱਚ, ਤੁਹਾਨੂੰ ਅਪਮਾਨ ਮਿਲੇਗਾ, ਨਿਰਾਦਰ ਮਿਲੇਗਾ ਸੰਸਾਰ ਵਿੱਚੋਂ ਵੀ। ਉਹ ਅਪਮਾਨਿਤ ਹੋਵੇਗਾ। ਸਦਾ ਤੋਂ ਹੀ ਐਸਾ ਹੋਇਆ ਹੈ ਤੇ ਹੁੰਦਾ ਰਹੇਗਾ, ਕਿਉਂਕਿ ਜੋੜ ਬੈਠਦਾ ਨਹੀਂ ਹੈ। ਭਗਤਾਂ ਅਤੇ ਸਹਿਸਾਰੀਆਂ ਜੋੜ ਕਦੇ ਨਾ ਆ ਨਹੀਂ ਸਕਦਾ ਹੈ, ਕਿਉਂਕਿ ਸੰਸਾਰੀ ਸੰਸਾਰ ਦੇ ਪੱਖ ਵਿੱਚ ਸੋਚਦਾ ਹੈ,
ਵੀ ਲੋਕ ਖੁਸ਼ ਹੋਣ, ਰਿਸ਼ਤੇਦਾਰ ਖੁਸ਼ ਹੋਣ, ਪਰਿਵਾਰ ਖੁਸ਼ ਹੋਵੇ, ਸੰਸਾਰ ਦੇ ਵਿੱਚ ਤਰੱਕੀਆਂ ਕਰੀਏ। ਪਰ ਜਿਹੜਾ ਅੰਤਰਮੁਖ ਹੋਵੇਗਾ ਤੇ ਉਹ ਬਾਹਰ ਤਰੱਕੀਆਂ ਕਰੇਗਾ ਨਹੀਂ, ਬਾਹਰ ਸਾਰਿਆਂ ਨੂੰ ਖੁਸ਼ ਨਹੀਂ ਰੱਖੇਗਾ, ਰੱਖ ਨਹੀਂ ਸਕਦਾ। ਬਾਹਰੋਂ ਧਿਆਨ ਹਟੇਗਾ ਸਾਰਿਆਂ, ਉਹਨੂੰ ਬਹੁਤ ਕਠਿਨਾਈਆਂ ਆਉਣਗੀਆਂ, ਪਰੇਸ਼ਾਨੀਆਂ ਆਉਣਗੀਆਂ। ਇਹ ਗੱਲ ਖਿਆਲ ਵਿੱਚ ਰੱਖਣੀ। ਪਰ ਇਹਨਾਂ ਕਠਿਨਾਈਆਂ ਪਰੇਸ਼ਾਨੀਆਂ ਦੇ ਮੁਕਾਬਲੇ ਜੋ ਮਿਲਦਾ ਹੈ ਨਾ, ਜਦੋਂ ਤੁਹਾਨੂੰ ਮਿਲੇਗਾ, ਇਹ ਸਾਰੀਆਂ ਕਠਿਨਾਈਆਂ 'ਚੋਂ ਲੰਘ ਕੇ ਤੁਸੀਂ ਅਗਰ ਪਹੁੰਚ ਗਏ ਉੱਥੇ, ਤੇ ਉਹ ਜਦੋਂ ਮਿਲਦਾ ਹੈ ਨਾ, ਉਦੋਂ ਤੁਹਾਨੂੰ ਲੱਗੇਗਾ ਵੀ ਮੈਂ ਮੁੱਲ ਜਿਹੜਾ ਹੈ ਨਾ ਕੁਛ ਵੀ ਨਹੀਂ ਚੁਕਾਇਆ। ਜੋ ਮਿਲਿਆ ਹੈ ਉਹਦੇ ਮੁਕਾਬਲੇ 'ਚ ਕਠਿਨਾਈਆਂ ਕੁਛ ਵੀ ਨਹੀਂ ਹਨ। ਇਹ ਸੰਸਾਰ ਦਾ ਨਿਰਾਦਰ, ਸੰਸਾਰ ਦਾ ਅਪਮਾਨ ਕੁਛ ਵੀ ਨਹੀਂ ਹੈ। ਮਿਲਦਾ ਬਹੁਤ ਮਹਾਨ ਹੈ। ਜੋ ਮਿਲਦਾ ਹੈ ਨਾ, ਉਹਨੂੰ ਦੇਖੋਗੇ ਤੁਸੀਂ ਤੇ ਕਹੋਗੇ ਵੀ ਮੈਂ ਮੂਰਖ ਸੀ, ਬੇਸਮਝ ਸੀ, ਪਹਿਲਾਂ ਹੀ ਛੱਡ ਦਿੰਦਾ ਸਭ ਕੁਛ, ਪਹਿਲਾਂ ਧਿਆਨ ਹਟਾ ਲੈਂਦਾ ਸੰਸਾਰ ਨਾਲ, ਵੀ ਐਵੇਂ ਇੰਨਾ ਚਿਰ ਉਲਝਿਆ ਰਿਹਾ। ਪਰ ਜਿੰਨਾ ਚਿਰ ਉਹ ਮਿਲਦਾ ਨਹੀਂ ਹੈ, ਉਹਨਾਂ ਚਿਰ ਇਹ ਜੋ ਸਾਹਮਣੇ ਹੈ ਨਾ, ਇਹ ਛੁੱਟਦਾ ਨਹੀਂ ਹੈ। ਛੱਡਣਾ ਵੀ ਬਹੁਤ ਔਖਾ ਹੈ, ਧਿਆਨ ਹਟਾਉਣਾ ਵੀ ਬਹੁਤ ਔਖਾ ਹੈ, ਕਿਉਂਕਿ ਬਹੁਤ ਗਹਿਰਾ ਸਮੋਹਨ ਹੈ। ਇਹ ਮਾਇਆ ਬਹੁਤ ਪ੍ਰਬਲ ਹੈ। ਇਨ ਮਾਇਆ ਜਗ ਮੋਹਿਆ, ਬਹੁਤ ਹੀ ਮੋਹਣੀ ਮਾਇਆ, ਮਮਤਾ ਮੋਹ। ਮਾਇਆ ਬਹੁਤ ਗਹਿਰੇ ਭਾਵ ਦੇ ਨਾਲ ਤੁਹਾਨੂੰ ਬੰਨ੍ਹ ਲੈਂਦੀ ਹੈ।